हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਪੰਜਾਬੀ ਲੈਂਗੁਏਜ ਪੈਡਾਗੋਜੀ ਸਟਾਰਟ ਕਰਨ ਜਾ ਰਹੇ ਹਾਂ। ਦੋਸਤੋ, ਜੇਕਰ ਤੁਸੀਂ ਵੀ ਸੀਟੈਟ ਦੇਣ ਜਾ ਰਹੇ ਹੋ, ਤੁਹਾਡੇ ਲਿੰਕ ਦੇ ਵਿੱਚੋਂ ਕੋਈ ਵੀ ਸੀਟੈਟ ਦੀ ਤਿਆਰੀ ਕਰ ਰਿਹਾ ਹੈ ਤਾਂ ਤੁਸੀਂ ਉਸ ਦੇ ਨਾਲ ਇਹ ਆਪਣੀ ਇੱਕ ਪੂਰੀ ਸੀਰੀਜ਼ ਆਪਾਂ ਸਟਾਰਟ ਕਰਾਂਗੇ। ਇਹ ਜ਼ਰੂਰ ਸ਼ੇਅਰ ਕਰਿਓ, ਠੀਕ ਹੈ। ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇੱਕ ਜੋ ਪਲੇਲਿਸਟ ਆਪਣੇ ਚੈਨਲ ਦੇ ਉੱਤੇ ਆਪਾਂ ਬਣਾ ਦਾਂਗੇ, ਜਿਸ ਦੇ ਵਿੱਚ ਸੀਟੈਟ ਦੇ 30 ਨੰਬਰ ਤੁਹਾਡੇ ਪੰਜਾਬੀ ਦੇ ਆਪਾਂ ਪੱਕੇ ਕਰਵਾਉਣ ਦੇ ਲਈ ਕੁਝ ਕਲਾਸਿਸ ਆਪਾਂ ਤੁਹਾਨੂੰ ਦੇਵਾਂਗੇ। ਇਹ ਕਲਾਸ ਤੁਸੀਂ ਦੇਖ ਲੈਂਦੇ ਹੋ ਤਾਂ ਇਹ ਗੱਲ ਦੀ ਗਰੰਟੀ ਹੈ ਤੁਹਾਡੇ 30 ਦੇ ਵਿੱਚੋਂ 30 ਨੰਬਰ ਪੱਕੇ ਨੇ, ਠੀਕ ਹੈ ਜੀ। ਤਾਂ ਇਸ ਦੇ ਲਈ ਤੁਸੀਂ ਕੀ ਕਰਨਾ ਹੈ, ਜੋ ਚੀਜ਼ਾਂ ਆਪਾਂ ਤੁਹਾਨੂੰ ਚੈਨਲ 'ਤੇ ਕਰਵਾਵਾਂਗੇ, ਠੀਕ ਹੈ, ਪੂਰੀ ਇੱਕ ਸੀਰੀਜ਼ ਦੇ ਵਿੱਚ ਦੇਖਣੀਆਂ ਨੇ, ਕੋਈ ਵੀ ਕਲਾਸ ਸਕਿਪ ਨਹੀਂ ਕਰਨੀ। ਨਾਲ ਦੀ ਨਾਲ ਜੋ ਇੰਪੋਰਟੈਂਟ ਚੀਜ਼ਾਂ ਹੋਣਗੀਆਂ ਤੁਸੀਂ ਨੋਟ ਕਰਿਆ ਕਰੋਗੇ, ਪ੍ਰੈਕਟਿਸ ਕਰਿਆ ਕਰੋਗੇ, ਆਪਾਂ MCQ ਵੀ ਕਰਿਆ ਕਰਾਂਗੇ। ਸਭ ਚੀਜ਼ਾਂ ਨੂੰ ਆਪਾਂ ਡਿਟੇਲ ਦੇ ਵਿੱਚ ਕਰਿਆ ਕਰਾਂਗੇ, ਠੀਕ ਹੈ। ਤਾਂ ਦੋਸਤੋ, ਸੀਟੈਟ ਦੇ ਨਾਲ ਰਿਲੇਟਡ ਲੈਂਗੁਏਜ 1 ਹੋਵੇ ਚਾਹੇ 2 ਹੋਵੇ, ਠੀਕ ਹੈ, ਤਾਂ ਦੋਨੇ ਲੈਂਗੁਏਜ ਵਾਲਿਆਂ ਲਈ ਇਹ ਜਿਹੜੀ ਸੀਰੀਜ਼ ਹੈ ਆਪਣੀ ਬੈਨੀਫੀਸ਼ੀਅਲ ਹੋਏਗੀ। ਤਾਂ ਦੋਸਤੋ, ਸਟਾਰਟ ਕਰਨ ਜਾ ਰਹੇ ਹਾਂ। ਚੈਨਲ ਦੇ ਉੱਤੇ ਆਪਾਂ ਪਲੇਲਿਸਟ ਬਣਾ ਦਾਂਗੇ, ਉਹ ਪਲੇਲਿਸਟ ਨੂੰ ਤੁਸੀਂ ਸੇਵ ਕਰ ਲਿਓ। ਤਾਂ ਦੇਖੋ ਜੀ, ਅੱਜ ਜੋ ਆਪਣੀ ਕਲਾਸ ਹੈ, ਫਸਟ ਕਲਾਸ ਹੈ ਇਸ ਦੀ ਪੰਜਾਬੀ ਲੈਂਗੁਏਜ ਪੈਡਾਗੋਜੀ ਦੀ। ਤਾਂ ਦੇਖੋ ਜੀ, ਇਸ ਦੇ ਵਿੱਚ ਤੁਸੀਂ ਇੱਕ ਚੀਜ਼ ਨੂੰ ਸਮਝੋ ਕਿ ਜੋ ਆਪਣੇ ਕੋਲ ਭਾਸ਼ਾ ਹੈ ਉਸ ਦਾ ਅਰਥ ਕੀ ਹੈ, ਮਾਤ ਭਾਸ਼ਾ ਹੈ ਉਸ ਦਾ ਅਰਥ ਕੀ ਹੈ। ਜੋ ਰਾਸ਼ਟਰੀ ਸਿੱਖਿਆ ਨੀਤੀ ਹੈ 2020 ਵਾਲੀ, ਉਹ ਭਾਸ਼ਾ ਬਾਰੇ ਕੀ ਆਖਦੀ ਹੈ, ਇਹ ਚੀਜ਼ਾਂ ਨੂੰ ਸਮਝਾਂਗੇ। ਬੇਸਿਕ ਜਿਹਾ ਟੌਪਿਕ ਅੱਜ ਵਾਲਾ, ਠੀਕ ਹੈ। ਅਤੇ ਇਸ ਤੋਂ ਬਾਅਦ ਆਪਾਂ ਸਿਲੇਬਸ ਦੇ ਅਕੋਰਡਿੰਗ ਸਿਲੇਬਸ ਵਾਈਜ਼ ਸਟੈਪ ਸਮਝਦੇ ਚਲੇ ਜਾਵਾਂਗੇ ਅਤੇ ਸਾਰਾ ਸਿਲੇਬਸ ਕਵਰ ਕਰਾਂਗੇ। ਤਾਂ ਦੇਖੋ ਜੀ, ਅੱਜ ਦੀ ਕਲਾਸ ਇੰਟਰਸਟਿੰਗ ਹੋਏਗੀ, ਠੀਕ ਹੈ, ਕਿਉਂਕਿ ਬੇਸਿਕ ਹੈ ਬਿਲਕੁਲ। ਤਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਭਾਸ਼ਾ ਕੀ ਹੈ, ਬੋਲੀ ਕੀ ਹੈ, ਲੈਂਗੁਏਜ ਕੀ ਹੈ। ਤਾਂ ਦੇਖੋ ਜੀ, ਮੈਂ ਆਪਣੇ ਮਨ ਦੀ ਗੱਲ ਤੁਹਾਡੇ ਤੱਕ ਪਹੁੰਚਾ ਰਿਹਾ, ਤੁਸੀਂ ਆਪਣੇ ਮਨ ਦੀ ਗੱਲ ਮੇਰੇ ਤੱਕ ਕਿਵੇਂ ਪਹੁੰਚਾਓਗੇ। ਹੋ ਸਕਦਾ ਲਿਖ ਕੇ ਪਹੁੰਚਾਓ, ਹੋ ਸਕਦਾ ਕੋਈ ਆਡੀਓ ਭੇਜ ਦੂੰ। ਤਾਂ ਇਸ ਤਰੀਕੇ ਨਾਲ ਇਹ ਇੱਕ ਸਾਧਨ ਹੈ, ਸਮਝ ਗਏ। ਤਾਂ ਜਿਹੜਾ ਸਾਧਨ ਹੈ ਵੀ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ, ਨਿੱਜਤਾ ਦਾ ਪ੍ਰਗਟਾਵੇ ਦਾ, ਮਨ ਦੇ ਭਾਵਾਂ ਨੂੰ ਬਾਹਰ ਕੱਢਣ ਦਾ, ਇਸ ਸਾਧਨ ਨੂੰ ਆਪਾਂ ਭਾਸ਼ਾ ਆਖਦੇ ਹਾਂ। ਤਾਂ ਇਸ ਦੀ ਡੈਫੀਨੇਸ਼ਨ ਇਸ ਤਰੀਕੇ ਨਾਲ ਹੋ ਸਕਦੀ ਹੈ: ਆਪਣੇ ਮਨ ਦੇ ਭਾਵਾਂ ਦਾ ਸੰਚਾਰ, ਵਿਚਾਰਾਂ ਦਾ ਸੰਚਾਰ, ਨਿੱਜਤਾ ਦਾ ਪ੍ਰਗਟਾਵਾ, ਵਿਚਾਰਾਂ ਦਾ ਆਦਾਨ ਪ੍ਰਦਾਨ। ਮੈਂ ਕੌਮੇ ਲਗਾ ਕੇ ਇਸ ਤਰੀਕੇ ਨਾਲ ਲਿਖੇ ਨੇ ਕੀਵਰਡ, ਵੀ ਤੁਹਾਨੂੰ ਇਸ ਤਰ੍ਹਾਂ ਹੀ ਪੁੱਛੇ ਜਾ ਸਕਦੇ ਨੇ। ਹੋ ਸਕਦਾ ਤੁਹਾਨੂੰ ਇਹ ਪੁੱਛ ਲਿਆ ਜਾਵੇ ਵੀ ਭਾਵਾਂ ਦਾ ਸੰਚਾਰ ਕੀ ਹੈ, ਹੋ ਸਕਦਾ ਪੁੱਛ ਲਿਆ ਜਾਵੇ ਵਿਚਾਰਾਂ ਦਾ ਸੰਚਾਰ ਕੀ ਹੈ, ਭਾਸ਼ਾ। ਨਿੱਜਤਾ ਦਾ ਪ੍ਰਗਟਾਵਾ, ਵਿਚਾਰਾਂ ਦਾ ਆਦਾਨ ਪ੍ਰਦਾਨ, ਇਹ ਸਭ ਕੀ ਹੈ, ਭਾਸ਼ਾ ਹੈ, ਠੀਕ ਹੈ। ਤਾਂ ਇੱਕ ਅਜਿਹਾ ਸਾਧਨ ਹੈ ਜੋ ਆਪਣੇ ਮਨ ਦੇ ਵਿਚਾਰ ਜਿਸ ਤਰ੍ਹਾਂ ਆਪਾਂ ਪੇਸ਼ ਕਰ ਸਕਦੇ ਹਾਂ। ਅਤੇ ਹੁਣ ਆਪਾਂ ਇਸ ਦਾ ਡੀਪਲੀ ਅਰਥ ਸਮਝਦੇ ਹਾਂ, ਅਲੱਗ-ਅਲੱਗ ਭਾਸ਼ਾਵਾਂ ਤੋਂ ਕਿਸ ਤਰੀਕੇ ਨਾਲ ਇਹ ਸ਼ਬਦ ਬਣਿਆ। ਇਹ ਧਾਤੂ ਭਾਸ਼ ਤੋਂ ਹੋਂਦ ਵਿੱਚ ਆਇਆ ਹੈ। ਜੋ ਭਾਸ਼ਾ ਸ਼ਬਦ ਹੈ, ਭਾਸ਼ ਸੰਸਕ੍ਰਿਤ ਧਾਤੂ ਭਾਸ਼ ਤੋਂ ਹੋਂਦ ਵਿੱਚ ਆਇਆ, ਜਿਸ ਦਾ ਅਰਥ ਹੈ ਬੋਲਣਾ। ਜਿਹੜੀ ਭਾਸ਼ਾ ਹੈ ਉਹ ਬੋਲਣ ਦੇ ਜ਼ਿਆਦਾ ਨੇੜੇ ਹੈ, ਸਮਝ ਗਏ। ਵੈਸੇ ਰੂਪ ਇਸ ਦੇ ਦੋਨੇ ਨੇ, ਲਿਖਤੀ ਰੂਪ ਅਤੇ ਬੋਲਚਾਲ ਦਾ ਰੂਪ ਦੋਨੇ ਨੇ, ਪਰ ਇਹ ਬੋਲਣ ਦੇ ਜ਼ਿਆਦਾ ਨੇੜੇ ਹੈ। ਇਸ ਦਾ ਆਪਾਂ ਕਹਿ ਸਕਦੇ ਹਾਂ ਰੈਫਰੈਂਸ ਕਿੱਥੋਂ ਲੈ ਸਕਦੇ ਹਾਂ। ਇੱਕ ਤਾਂ ਦੇਖੋ, ਇਹ ਬੋਲਣਾ, ਇਸ ਦਾ ਅਰਥ ਹੈ ਫਾਰਸੀ ਦੇ ਵਿੱਚ ਇਸ ਨੂੰ ਜ਼ੁਬਾਨ ਕਿਹਾ ਜਾਂਦਾ ਹੈ, ਮਤਲਬ ਕਿ ਬੋਲਣ ਦੇ ਨਾਲ ਸੰਬੰਧ ਹੈ ਇਹਦਾ ਜ਼ਿਆਦਾ, ਠੀਕ ਹੈ। ਇਸੇ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਟੰਗ, ਲਾਤੀਨੀ ਭਾਸ਼ਾ ਵਿੱਚ ਲਿੰਗਵਾ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਇਹ ਸਭ ਇਸ ਦੇ ਅਰਥ ਨੇ, ਇਹਦੇ ਵਿੱਚੋਂ ਕੁਐਸਚਨ ਬਣ ਜਾਂਦਾ ਹੈ। ਇਹ ਚੀਜ਼ ਨੂੰ ਤੁਸੀਂ ਧਿਆਨ ਵਿੱਚ ਰੱਖੋਗੇ। ਹੁਣ ਦੇਖੋ ਜੀ, ਅਸੀਂ ਸਮਝਣ ਜਾ ਰਹੇ ਹਾਂ ਮਾਤ ਭਾਸ਼ਾ, ਠੀਕ ਹੈ। ਮਾਤ ਭਾਸ਼ਾ ਦੇ ਅਰਥ ਮੈਂ ਤੁਹਾਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਾਵਾਂਗਾ। ਇੱਥੇ ਕਾਫੀ ਜ਼ਿਆਦਾ ਅਰਥ ਮੈਂ ਇਸ 'ਤੇ ਲਿਖੇ ਨੇ। ਇਹ ਅਰਥ ਇੱਦਾਂ ਹੀ ਤੁਹਾਨੂੰ ਪੁੱਛੇ ਜਾ ਸਕਦੇ ਨੇ। ਇਸ ਦਾ ਸ਼ਾਬਦਿਕ ਅਰਥ ਦੇਖੋ, ਮਾਤ। ਮਾਤ ਦਾ ਸ਼ਾਬਦਿਕ ਅਰਥ ਹੁੰਦਾ ਹੈ ਕਿ ਮਾਂ ਤੋਂ ਹਾਸਲ ਕੀਤੀ ਭਾਸ਼ਾ, ਠੀਕ ਹੈ। ਅਤੇ ਮਾਤ ਭਾਸ਼ਾ ਉਸ ਨੂੰ ਵੀ ਕਹਿ ਦਿੰਦੇ ਨੇ ਜੋ ਬੱਚਾ ਆਪਣੇ ਘਰੇਲੂ ਵਾਤਾਵਰਨ ਜਿਹੜਾ ਉਹਦਾ ਘਰੋਗੀ ਵਾਤਾਵਰਨ, ਜ਼ਰੂਰੀ ਥੋੜ੍ਹੀ ਮਾਂ ਤੋਂ ਹੀ ਸਿੱਖੇ, ਬਾਪ ਤੋਂ ਵੀ ਸਿੱਖ ਸਕਦਾ ਹੈ, ਭੈਣ ਭਾਈਆਂ ਤੋਂ, ਵੱਡੇ ਤੋਂ, ਪਰਿਵਾਰ 'ਚੋਂ ਕਿਸ ਤੋਂ ਵੀ ਸਿੱਖ ਸਕਦਾ ਹੈ। ਤਾਂ ਉਸ ਨੂੰ ਆਪਾਂ ਮਾਤ ਭਾਸ਼ਾ ਕਹਾਂਗੇ, ਠੀਕ ਹੈ ਜੀ। ਅਤੇ ਪ੍ਰਿੰਸੀਪਲ ਤੇਜਾ ਸਿੰਘ ਦੇ ਅਨੁਸਾਰ ਮਾਤ ਭਾਸ਼ਾ ਕੀ ਹੈ, ਮਾਂ ਤੋਂ ਕੁੱਖ ਵਿੱਚ, ਪਿਤਾ ਤੋਂ ਗੁੜਤੀ ਵਿੱਚ ਮਿਲਦੀ ਹੈ ਅਤੇ ਕੁੱਖ ਤੋਂ ਕਬਰ ਤੱਕ ਚੱਲਦੀ ਹੈ, ਸਾਡੇ ਨਾਲ ਪਰਛਾਵੇਂ ਵਾਂਗ ਰਹਿੰਦੀ ਹੈ। ਇਹਦਾ ਮਤਲਬ ਕੀ ਹੋਇਆ, ਜੇਕਰ ਅਸੀਂ ਕੁਝ ਵੀ ਸਿੱਖਣਾ ਹੈ, ਕੁਝ ਵੀ ਚੰਗਾ ਮਾੜਾ ਸਿੱਖਣਾ, ਤਾਂ ਉਸ ਦੇ ਵਿੱਚ ਮਾਤ ਭਾਸ਼ਾ ਸਾਡੀ ਸਹਾਇਤਾ ਕਰਦੀ ਹੈ, ਠੀਕ ਹੈ। ਤਾਂ ਮਾਤ ਭਾਸ਼ਾ ਉਸ ਨੂੰ ਆਖਦੇ ਹਨ ਜੋ ਬੱਚਾ ਆਪਣੇ ਘਰ ਦੇ ਵਿੱਚ ਮਾਂ ਬਾਪ ਅਤੇ ਪਰਿਵਾਰ ਤੋਂ ਸਿੱਖਦਾ। ਅਲੱਗ-ਅਲੱਗ ਡੈਫੀਨੇਸ਼ਨਾਂ ਮੈਂ ਤੁਹਾਨੂੰ ਇੱਦਾਂ ਦੱਸ ਰਿਹਾ ਵੀ ਕੋਈ ਇੱਕ ਡੈਫੀਨੇਸ਼ਨ ਫਿਕਸ ਨਹੀਂ ਇਹਦੀ ਵੀ ਉਹੀ ਤੁਹਾਨੂੰ ਪੇਪਰ 'ਚ ਆ ਜੀ। ਅਲੱਗ-ਅਲੱਗ ਪੁਆਇੰਟ ਆਫ ਵਿਊ ਸਮਝੋ, ਠੀਕ ਹੈ ਜੀ। ਮਾਂ ਬੋਲੀ ਦਾ ਸੰਬੰਧ ਉਸ ਘਰੇਲੂ ਵਾਤਾਵਰਨ ਅਤੇ ਸਮਾਜਿਕ ਚੌਗਿਰਦੇ ਨਾਲ ਹੁੰਦਾ ਹੈ ਜਿਸ ਵਿੱਚ ਬੱਚੇ ਦਾ ਜਨਮ ਅਤੇ ਪਾਲਣ ਪੋਸ਼ਣ ਹੋਇਆ ਹੋਵੇ, ਠੀਕ ਹੈ। ਮਾਂ ਬੋਲੀ ਨੂੰ ਬੱਚਾ ਕੁਦਰਤੀ ਤੌਰ 'ਤੇ ਸਿੱਖਦਾ ਹੈ, ਮਤਲਬ ਕਿ ਅਵਚੇਤਨ ਰੂਪ ਦੇ ਵਿੱਚ ਕੁਦਰਤੀ ਤੌਰ 'ਤੇ ਬਿਨਾਂ ਕੋਈ ਖਾਸ ਕਹਿ ਸਕਦੇ ਹਾਂ ਸੁਚਾਰੂ ਢੰਗ ਦੇ ਉਹ ਸਿੱਖ ਜਾਂਦਾ ਹੈ, ਮਤਲਬ ਕੁਦਰਤੀ ਤੌਰ 'ਤੇ ਸਿੱਖਦਾ ਹੈ। ਮਾਤ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ, ਦੂਜੀ ਤੀਜੀ ਭਾਸ਼ਾ ਵੀ ਗ੍ਰਹਿਣ ਕੀਤੀ ਜਾ ਸਕਦੀ ਸੀ ਜੇਕਰ ਵਾਤਾਵਰਨ ਮਿਲਦਾ, ਪਰ ਉਹ ਭਾਸ਼ਾ ਆਪਾਂ ਕੀ ਕਰਦੇ ਹਾਂ, ਸਿੱਖਦੇ ਹਾਂ। ਸਿੱਖਣਾ ਅਤੇ ਗ੍ਰਹਿਣ ਕਰਨਾ ਉਹ ਆਪਣਾ ਅਗਲੀ ਵੀਡੀਓ ਦਾ ਟੌਪਿਕ ਹੋਏਗਾ, ਉਹਦੇ ਵਿੱਚ ਆਪਾਂ ਇਹ ਚੀਜ਼ ਨੂੰ ਡਿਟੇਲ ਦੇ ਵਿੱਚ ਸਮਝਾਂਗੇ। ਤਾਂ ਦੇਖੋ ਜੀ, ਜਿਹੜੀ ਮਾਤ ਭਾਸ਼ਾ ਹੈ, ਠੀਕ ਹੈ,
ਜਾਂ ਕੋਈ ਵੀ ਭਾਸ਼ਾ ਹੈ ਉਸਦੀ ਸਿੱਖਿਆ ਪ੍ਰਾਪਤ ਕਰਦੇ ਹਾਂ ਆਪਾਂ। ਜਿਵੇਂ ਕਿ ਮੰਨ ਕੇ ਚਲੋ ਵੀ ਬੱਚਾ ਹੈ ਸਕੂਲ ਦੇ ਵਿੱਚ, ਉਸ ਦਾ ਇੰਗਲਿਸ਼ ਦਾ ਲੈਕਚਰ ਲੱਗਦਾ, ਹਿੰਦੀ ਦਾ ਲੈਕਚਰ ਲੱਗਦਾ, ਪੰਜਾਬੀ ਦਾ ਲੈਕਚਰ ਲੱਗਦਾ, ਭਾਸ਼ਾਵਾਂ ਦੇ ਲੈਕਚਰ ਲੱਗਦੇ ਨੇ। ਤਾਂ ਇਹ ਭਾਸ਼ਾਵਾਂ ਸਿੱਖਣ ਦੇ ਉਦੇਸ਼ ਕੀ ਨੇ, ਬੱਚਿਆਂ ਨੂੰ ਭਾਸ਼ਾ ਕਿਉਂ ਸਿਖਾਈ ਜਾਂਦੀ ਹੈ, ਇਸ ਦਾ ਉਦੇਸ਼ ਕੀ ਹੈ ਕਿ ਭਾਸ਼ਾ ਯੋਗਤਾਵਾਂ ਦੇ ਕੁਸ਼ਲਾਂ ਦਾ ਵਿਕਾਸ ਹੋ ਜਾਣਾ, ਸਵੈ ਪ੍ਰਗਟਾਵਾ ਕਰ ਸਕੇ ਬੱਚਾ, ਠੀਕ ਹੈ, ਸਮਝ ਸ਼ਕਤੀ ਦਾ ਵਿਕਾਸ ਕਰ ਸਕੇ, ਗਿਆਨ ਵਿੱਚ ਵਾਧਾ, ਗੁਣਕਾਰੀ ਪੜ੍ਹਨ ਰੁਚੀ ਪੈਦਾ ਕਰਨਾ, ਬੋਲੀ ਯੋਗਤਾ ਵਿੱਚ ਵਾਧਾ ਕਰਨਾ, ਸੋਚਣ ਅਤੇ ਵਿਚਾਰਨ ਸ਼ਕਤੀ ਦਾ ਵਿਕਾਸ, ਰਚਨਾਤਮਕ ਰੁਚੀਆਂ ਪ੍ਰਫੁੱਲਿਤ ਕਰਨਾ, ਵਿਦਿਆਰਥੀ ਅੰਦਰ ਛੁਪੀਆਂ ਕਲਾਤਮਕ ਰੁਚੀਆਂ ਦਾ ਵਿਕਾਸ, ਸੁਹਜਾਤਮਕ ਸੱਭਿਆਚਾਰਕ ਅਤੇ ਸਾਹਿਤਕ ਵਿਕਾਸ, ਆਲੋਚਨਾਤਮਕ ਰੁਚੀਆਂ ਦਾ ਵਿਕਾਸ। ਇਹ ਸਭ ਮਾਤ ਭਾਸ਼ਾ ਕੀ ਕੋਈ ਵੀ ਭਾਸ਼ਾ ਹੈ, ਠੀਕ ਹੈ, ਭਾਸ਼ਾ ਸਿੱਖਿਆ ਦੇ ਉਦੇਸ਼ ਨੇ। ਇਹ ਤਾਂ ਖਾਸ ਉਦੇਸ਼ ਹੋ ਗਏ। ਇਸ ਤੋਂ ਬਿਨਾਂ ਕੁਝ ਸਧਾਰਨ ਉਦੇਸ਼ ਵੀ ਹੁੰਦੇ ਨੇ, ਕੁਝ ਮੁੱਢਲੇ ਉਦੇਸ਼ ਵੀ ਹੁੰਦੇ ਨੇ, ਇਹ ਵੀ ਆਪਾਂ ਸਮਝਦੇ ਹਾਂ। ਤਾਂ ਮੁੱਢਲੇ ਉਦੇਸ਼ ਕੀ ਹੁੰਦੇ ਨੇ, ਦੇਖੋ, ਇੱਕ ਤਾਂ ਸ਼ੁੱਧ ਬੋਲਣਾ। ਭਾਸ਼ਾ ਦੀ ਸਿੱਖਿਆ ਕਿਉਂ ਦਿੱਤੀ ਜਾਂਦੀ, ਤਾਂ ਕਿ ਬੱਚਾ ਸ਼ੁੱਧ ਤਰੀਕੇ ਨਾਲ ਬੋਲ ਸਕੇ, ਸ਼ੁੱਧ ਤਰੀਕੇ ਨਾਲ ਪੜ੍ਹ ਸਕੇ, ਸ਼ੁੱਧ ਤਰੀਕੇ ਨਾਲ ਲਿਖ ਸਕੇ, ਠੀਕ ਹੈ, ਸ਼ੁੱਧ ਤਰੀਕੇ ਨਾਲ ਸੁਣ ਸਕੇ। ਵੈਸੇ ਸੁਣਨ ਵਾਲੀ ਹੈ ਜਿਹੜੀ, ਉਹ ਬੱਚਾ ਆਟੋਮੈਟਿਕਲੀ ਜਨਮ ਤੋਂ ਹੀ ਇਹ ਕੌਸ਼ਲ ਗ੍ਰਹਿਣ ਕਰ ਲੈਂਦਾ, ਠੀਕ ਹੈ। ਪਰ ਇਹਨਾਂ ਦੇ ਵਿੱਚ ਸ਼ੁੱਧਪਣ ਲੈ ਕੇ ਆਉਣਾ, ਮਤਲਬ ਕਿ ਸ਼ੁੱਧਤਾ ਲੈ ਕੇ ਆਉਣੀ, ਇਹ ਭਾਸ਼ਾ ਸਿੱਖਿਆ ਦਾ ਉਦੇਸ਼ ਹੁੰਦਾ ਹੈ। ਬਾਕੀ ਕੁਝ ਪੁਆਇੰਟ ਵੀ ਨੇ, ਠੀਕ ਹੈ, ਇਹਨਾਂ ਨੂੰ ਵੀ ਤੁਸੀਂ ਪੜ੍ਹ ਲਿਓ ਵੀ ਨਵੀਂ ਲਿਖਿਆਰੀ ਪੈਦਾ ਕਰਨੀ ਨੇ ਆਪਾਂ ਨੇ, ਠੀਕ ਹੈ। ਕੋਈ ਵਿਚਾਰ ਨੂੰ ਪੜ੍ਹ ਸਕੇ, ਵਿਚਾਰਾਂ ਨੂੰ ਪੇਸ਼ ਕਰ ਸਕੇ, ਸਾਹਿਤ ਲਿਖ ਸਕੇ, ਸਾਹਿਤ ਪੜ੍ਹ ਸਕੇ, ਠੀਕ ਹੈ, ਆਪਣੇ ਵਿਚਾਰਾਂ ਨੂੰ ਪੇਸ਼ ਕਰ ਸਕੇ, ਭਾਸ਼ਣ ਦੇ ਸਕੇ। ਤਾਂ ਇਹ ਸਭ ਕੀ ਨੇ, ਭਾਸ਼ਾ ਸਿੱਖਿਆ ਦੇ ਉਦੇਸ਼ ਨੇ, ਸਧਾਰਨ ਉਦੇਸ਼ ਨੇ ਇਹ, ਠੀਕ ਹੈ ਜੀ। ਇਸ ਤੋਂ ਬਾਅਦ ਕੁਝ ਮਹੱਤਵਪੂਰਨ ਗੱਲਾਂ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਪੱਕਾ ਹੀ ਬਣ ਜਾਂਦਾ ਹੈ। ਸਭ ਤੋਂ ਉੱਤਮ ਸਿੱਖਣ ਮਾਤ ਭਾਸ਼ਾ ਰਾਹੀਂ ਵਾਪਰਦਾ ਹੈ। ਫੋਰ ਐਗਜ਼ਾਮਪਲ, ਤੁਸੀਂ ਕੋਈ ਚੀਜ਼ ਸਿੱਖਣੀ ਹੈ, ਤੁਹਾਡੇ ਸਾਹਮਣੇ ਦੋ ਆਪਸ਼ਨਾਂ ਨੇ, ਇੱਕ ਤਾਂ ਤੁਸੀਂ ਫੋਰਨ ਲੈਂਗੁਏਜ ਦੇ ਵਿੱਚ ਸਿੱਖੋ ਚੀਜ਼ ਨੂੰ, ਇੱਕ ਤੁਸੀਂ ਮਾਤ ਭਾਸ਼ਾ ਦੇ ਵਿੱਚ ਸਿੱਖੋ। ਤਾਂ ਤੁਸੀਂ ਕਿਸ ਚੀਜ਼ ਨੂੰ ਪ੍ਰੈਫਰੈਂਸ ਦਿੰਦੇ ਹੋ, ਮਾਤ ਭਾਸ਼ਾ ਨੂੰ, ਠੀਕ ਹੈ। ਮਾਤ ਭਾਸ਼ਾ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਤਰੀਕੇ ਨਾਲ ਆਪਾਂ ਸਿੱਖ ਸਕਦੇ ਹਾਂ। ਤਾਂ ਸਿੱਖਣ ਦੀ ਪ੍ਰਕਿਰਿਆ ਜਿਹੜੀ ਲਰਨਿੰਗ ਦਾ ਜਿਹੜਾ ਪ੍ਰੋਸੈਸ ਹੈ, ਉਹ ਸਭ ਤੋਂ ਬੈਸਟ ਤਰੀਕੇ ਨਾਲ ਮਾਤ ਭਾਸ਼ਾ ਦੇ ਵਿੱਚ ਹੁੰਦਾ ਹੈ। ਤਾਂ ਮਾਤ ਭਾਸ਼ਾ ਨੂੰ ਪਹਿਲ ਦੇ ਆਧਾਰ 'ਤੇ ਚੁਣਿਆ ਜਾਣਾ ਚਾਹੀਦਾ ਹੈ। ਅਤੇ ਹੁਣ ਜਿਹੜੀ ਨਵੀਂ ਸਿੱਖਿਆ ਨੀਤੀ ਹੈ, ਯਾਨੀ ਕਿ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਹੈ, ਉਹ ਪ੍ਰਾਇਮਰੀ ਪੱਧਰ ਤੱਕ ਮਾਤ ਭਾਸ਼ਾ ਸਿੱਖਿਆ 'ਤੇ ਜ਼ੋਰ ਦਿੰਦੀ ਹੈ। ਤਾਂ ਅੱਗੇ ਮੈਂ ਕੁਝ ਸਕਰੀਨਸ਼ਾਟਸ ਐਡ ਕੀਤੇ ਨੇ, ਠੀਕ ਹੈ, ਜਿਹੜੀ ਆਪਣੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਹੈ, ਠੀਕ ਹੈ। ਤਾਂ ਉਸ ਦੇ ਵਿੱਚ ਮੈਂ ਕੁਝ ਸਕਰੀਨਸ਼ਾਟ ਐਡ ਕੀਤੇ ਨੇ, ਉਹ ਵੀ ਆਪਾਂ ਹਾਈਲਾਈਟ ਕਰਕੇ ਪੁਆਇੰਟਾਂ ਨੂੰ ਸਮਝਾਂਗੇ। ਅਤੇ ਇੱਥੇ ਇੱਕ ਗੱਲ ਸਮਝ ਲਓ ਕਿ ਜਿਹੜਾ ਆਪਣਾ ਦੇਸ਼ ਹੈ ਨਾ, ਇਹ ਬਹੁ ਭਾਸ਼ਾਈ ਦੇਸ਼ ਹੈ। ਇੱਥੇ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ, ਅਲੱਗ-ਅਲੱਗ ਭਾਸ਼ਾਵਾਂ ਲਿਖਣ ਵਾਲੇ, ਅਲੱਗ-ਅਲੱਗ ਭਾਸ਼ਾਵਾਂ ਸਮਝਣ ਵਾਲੇ ਲੋਕ ਰਹਿੰਦੇ ਨੇ। ਤਾਂ ਬਹੁ ਭਾਸ਼ਾਈ ਦੇਸ਼ ਹੈ। ਅਤੇ ਜਿਹੜੇ ਮਲਟੀਲਿੰਗੁਇਜ਼ਮ ਯਾਨੀ ਕਿ ਬਹੁ ਭਾਸ਼ਾਵਾਦ ਹੈ, ਇਸ ਨੂੰ ਟੀਚਰ ਨੇ ਕੀ ਕਰਨਾ, ਇੱਕ ਸੋਰਸ ਦੇ ਰੂਪ ਵਿੱਚ, ਇੱਕ ਸਾਧਨ ਦੇ ਰੂਪ ਵਿੱਚ, ਠੀਕ ਹੈ, ਵਰਤਣਾ ਹੈ। ਇੱਕ ਇਹਨੂੰ ਔਕੜ ਨਹੀਂ ਸਮਝਣਾ, ਮੁਸ਼ਕਿਲ ਨਹੀਂ ਸਮਝਣਾ। ਅਧਿਆਪਕ ਦੇ ਰੂਪ ਵਿੱਚ ਤੁਸੀਂ ਬਹੁ ਭਾਸ਼ਾਵਾਦ ਹੈ ਜਿਹੜਾ, ਇਸ ਨੂੰ ਕੀ ਸਮਝੋਗੇ, ਇੱਕ ਸਾਧਨ ਦੇ ਰੂਪ ਵਿੱਚ ਵਰਤੋਂ ਇਸ ਦੀ ਕਰੋਗੇ। ਇਸ ਨੂੰ ਕਦੇ ਵੀ ਰੁਕਾਵਟ ਜਾਂ ਮਾੜਾ ਨਹੀਂ ਸਮਝਣਾ। ਕੋਠਾਰੀ ਕਮਿਸ਼ਨ ਅਤੇ ਸਿੱਖਿਆ ਨੀਤੀ 1986 ਵਾਲੀ ਸੀ ਜਿਹੜੀ, ਇਹਨਾਂ ਨੇ ਤਿੰਨ ਭਾਸ਼ਾਈ ਫਾਰਮੂਲੇ ਦਾ ਸਮਰਥਨ ਕੀਤਾ ਹੈ, ਯਾਨੀ ਕਿ 3 ਲੈਂਗੁਏਜ ਫਾਰਮੂਲਾ ਦਾ ਸਮਰਥਨ ਕੀਤਾ ਸੀ, ਠੀਕ ਹੈ। ਬੱਚੇ ਨੂੰ 3 ਭਾਸ਼ਾਵਾਂ ਸਿਖਾਉਣ ਦੀ ਕਹਿ ਸਕਦੇ ਹਾਂ ਕਿ ਇਹਨਾਂ ਨੇ ਤਰਜੀਹ ਦਿੱਤੀ ਸੀ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਾਂ ਹੁਣ ਇੰਪੋਰਟੈਂਟ ਪੁਆਇੰਟ ਸਮਝਣੇ ਜਿਹੜੇ, ਉਹ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਦੇ ਕੁਝ ਇੰਪੋਰਟੈਂਟ ਪੁਆਇੰਟਸ ਸਮਝਦੇ ਹਾਂ। ਤਾਂ ਦੇਖੋ, ਇਸ ਦੇ ਵਿੱਚ ਇੱਕ ਇਹਨਾਂ ਨੇ ਹੈਡਿੰਗ ਦਿੱਤਾ ਹੈਗਾ, ਮਲਟੀਲਿੰਗੁਇਜ਼ਮ ਐਂਡ ਪਾਵਰ ਆਫ ਲੈਂਗੁਏਜ। ਇਸ ਦੇ ਵਿੱਚ ਕੁਝ ਇੰਪੋਰਟੈਂਟ ਚੀਜ਼ਾਂ ਨੇ ਜੋ ਮੈਂ ਆਲਰੇਡੀ ਹਾਈਲਾਈਟ ਕੀਤੀਆਂ ਹੋਈਆਂ ਨੇ, ਜਿਵੇਂ ਕਿ ਇੱਥੇ ਸਮਝੋ ਜੀ, ਦੇਖੋ, ਵੇਅਰ ਐਵਰ ਪੋਸੀਬਲ ਦਾ ਮੀਡੀਅਮ ਆਫ ਇੰਸਟਰਕਸ਼ਨ ਅੰਟਿਲ ਐਟ ਲੀਸਟ ਗ੍ਰੇਡ 5। ਲਗਭਗ 5ਵੀਂ ਕਲਾਸ ਤੱਕ ਦਾ ਜਿਹੜਾ ਮਤਲਬ ਕਿ ਬੱਚੇ ਨੂੰ ਇੰਸਟਰਕਸ਼ਨ ਦੇਣ ਦਾ ਮੀਡੀਅਮ ਹੋਏਗਾ, ਉਹ ਕੀ ਹੋਏਗਾ, ਮਦਰ ਟੰਗ ਹੋਏਗੀ ਉਸਦੀ, ਠੀਕ ਹੈ। ਜੋ ਉਸਦੀ ਮਾਤ ਭਾਸ਼ਾ ਹੈ, ਲੋਕਲ ਲੈਂਗੁਏਜ ਕਿਹਾ ਗਿਆ ਇਹਨੂੰ, ਲੋਕਲ ਲੈਂਗੁਏਜ, ਮਦਰ ਟੰਗ, ਇਸ ਤੋਂ ਬਿਨਾਂ ਹੋਮ ਲੈਂਗੁਏਜ, ਠੀਕ ਹੈ, ਇਹ ਹੋਏਗੀ। ਮਤਲਬ ਕਿ ਬੱਚੇ ਨੂੰ ਇਹ ਵੀ ਸਮਝੋ, ਦੇਖੋ, ਜਿਹੜਾ ਦੇਖੋ ਅਲੱਗ-ਅਲੱਗ ਕੀਵਰਡ ਇਹਦੇ ਲਈ ਵਰਤੇ ਗਏ ਨੇ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਕੇ ਰੱਖੋਗੇ, ਠੀਕ ਹੈ। ਕੋਈ ਵੀ ਪ੍ਰਾਈਵੇਟ ਸਕੂਲ ਹੈ, ਪਬਲਿਕ ਸਕੂਲ ਹੈ, ਉਹ ਇਸ ਤੋਂ ਮਤਲਬ ਇਨਕਾਰ ਨਹੀਂ ਕਰ ਸਕਦਾ, ਉਹਨਾਂ ਨੂੰ ਮਾਤ ਭਾਸ਼ਾ ਦੇ ਵਿੱਚ ਬੱਚੇ ਨੂੰ ਸਿੱਖਿਆ ਦੇਣੀ ਹੀ ਪਵੇਗੀ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਕੇ ਰੱਖੋਗੇ। ਟੀਚਰ ਵਿਲ ਵੀ ਇਨਕਰੇਜਰ ਟੂ ਯੂਜ਼ ਅ ਬਾਈਲਿੰਗੁਅਲ ਅਪਰੋਚ, ਮਤਲਬ ਕਿ ਅਧਿਆਪਕ ਕਹਿ ਸਕਦੇ ਹਾਂ ਬਾਈਲਿੰਗੁਅਲ ਅਪਰੋਚ ਅਪਣਾਏਗਾ। ਮਤਲਬ ਕਿ ਉਸਨੇ ਜੋ ਵੀ ਟੀਚਿੰਗ ਲਰਨਿੰਗ ਮਟੀਰੀਅਲ ਤਿਆਰ ਕਰਨਾ ਹੈ, ਕੋਈ PPT ਤਿਆਰ ਕਰਨੀ ਹੈ, ਕੋਈ ਵੀਡੀਓ ਤਿਆਰ ਕਰਨੀ ਹੈ, ਕੋਈ ਵੀ ਸਾਧਨ ਦੀ ਵਰਤੋਂ ਕਰਨੀ ਹੈ, ਟੈਕਸਟ ਬੁੱਕ ਹੈ, ਕੁਛ ਵੀ ਹੈ, ਤਾਂ ਉਸ ਦੇ ਵਿੱਚ ਬਾਈਲਿੰਗੁਅਲ ਅਪਰੋਚ ਅਪਣਾਈ ਜਾਏਗੀ। ਇੱਕ ਕੀ, ਉਹ ਭਾਸ਼ਾ ਜੋ ਬੱਚੇ ਦੀ ਮਦਰ ਟੰਗ ਹੈ, ਜੋ ਬੱਚੇ ਦੀ ਹੋਮ ਲੈਂਗੁਏਜ ਹੈ, ਜੋ ਲੋਕਲ ਲੈਂਗੁਏਜ ਹੈ, ਉਹ ਮਟੀਰੀਅਲ ਉਸ ਲੈਂਗੁਏਜ 'ਚ ਵੀ ਹੋਏਗਾ, ਨਾਲ ਉਹੀ ਮਟੀਰੀਅਲ ਅਦਰ ਭਾਸ਼ਾ ਹੋ ਸਕਦਾ, ਇੰਗਲਿਸ਼ 'ਚ ਹੋਵੇ, ਹਿੰਦੀ 'ਚ ਹੋਵੇ,
ਕੋਈ ਫੋਰਨ ਲੈਂਗੁਏਜ 'ਚ ਹੋਵੇ, ਕਿਸੇ 'ਚ ਵੀ ਹੋਵੇ, ਪਰ ਮਾਤ ਭਾਸ਼ਾ ਉੱਥੇ ਲਾਜ਼ਮੀ ਤੌਰ 'ਤੇ ਹੋਏਗੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਬਾਈਲਿੰਗੁਅਲ ਅਪਰੋਚ ਟੀਚਰ ਅਪਣਾਏਗਾ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਹ ਕੁਝ ਇੰਪੋਰਟੈਂਟ ਪੁਆਇੰਟ ਸੀ। ਇਸ ਤੋਂ ਬਾਅਦ ਇਹ ਆਪਾਂ ਸਮਝਦੇ ਹਾਂ, ਦੇਖੋ ਜੋ ਅਗਲਾ ਇਹਦੇ ਵਿੱਚ ਪੈਰਾ ਸੀ, ਇਸ ਦੇ ਵਿੱਚ ਕੀ ਕਿਹਾ ਗਿਆ ਇਹਨਾਂ ਨੇ, ਕਹਿੰਦੇ ਜਿਹੜੀਆਂ ਰਿਸਰਚ ਜੋ ਹੋਈਆਂ ਨੇ, ਰਿਸਰਚਸ ਹੋਈਆਂ, ਉਹਨਾਂ ਨੇ ਕੀ ਸ਼ੋਅ ਕੀਤਾ ਵੀ ਜਿਹੜਾ ਬੱਚਾ ਹੈ ਚਾਈਲਡ ਪਿਕਅਪ ਲੈਂਗੁਏਜ ਐਕਸਟ੍ਰੀਮਲੀ ਕਿਊਕਲੀ ਬਿਟਵੀਨ ਏਜ ਆਫ 2 ਐਂਡ 8, ਮਤਲਬ ਕਿ 2 ਤੋਂ 8 ਸਾਲ ਦੀ ਉਮਰ ਵਿੱਚ ਜਿਹੜਾ ਬੱਚਾ ਹੈ ਉਹ ਵਧੀਆ ਤਰੀਕੇ ਨਾਲ ਤੇਜ਼ੀ ਨਾਲ ਭਾਸ਼ਾ ਸਿੱਖ ਸਕਦਾ ਹੈ, ਪਿਕਅਪ ਕਰ ਸਕਦਾ ਹੈ। ਠੀਕ ਹੈ, ਤਾਂ ਇਸ ਕਰਕੇ ਕੀ ਕੀਤਾ ਗਿਆ ਉੱਥੇ ਮਲਟੀ ਲਿੰਗੁਇਜ਼ਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀ ਗੱਲ ਕੀਤੀ ਗਈ ਹੈ ਵੀ ਜਿਹੜਾ ਬੱਚਾ ਉਸ ਨੂੰ ਡਿਫਰੈਂਟ ਲੈਂਗੁਏਜ ਆਫਰ ਕੀਤੀਆਂ ਜਾਣਗੀਆਂ। ਡਿਫਰੈਂਟ ਲੈਂਗੁਏਜ ਤਾਂ ਆਫਰ ਕੀਤੀਆਂ ਜਾਣਗੀਆਂ, ਪਰ ਜਿਹੜੀ ਉਸ ਦੀ ਸਟਾਰਟਿੰਗ ਸਟੇਜ ਹੈ, ਫਾਊਂਡੇਸ਼ਨਲ ਸਟੇਜ ਹੈ, ਉਸ ਦੇ ਵਿੱਚ ਜਿਹੜੀ ਮਦਰ ਟੰਗ ਹੈ, ਠੀਕ ਹੈ, ਮਦਰ ਟੰਗ, ਇਸ ਨੂੰ ਮਹੱਤਤਾ ਦਿੱਤੀ ਜਾਏਗੀ। ਮਤਲਬ ਕਿ ਜਿਹੜੀ ਮਤਲਬ ਆਪਾਂ ਫਾਊਂਡੇਸ਼ਨਲ ਸਟੇਜ ਕਹਿੰਦੇ ਹਾਂ ਹੈ ਨਾ, ਵੀ ਉਸ ਦੇ ਵਿੱਚ ਤਾਂ ਮਾਤ ਭਾਸ਼ਾ ਨੂੰ ਤਰਜੀਹ ਦਿਓ, ਮਾਤ ਭਾਸ਼ਾ ਪੱਕੇ ਤੌਰ 'ਤੇ ਹੋਵੇ, ਪਰ ਨਾਲ ਬਾਕੀ ਭਾਸ਼ਾਵਾਂ ਨੂੰ ਆਫਰ ਕੀਤਾ ਜਾ ਸਕਦਾ ਹੈ। ਅਤੇ ਇੱਕ ਇਹਨਾਂ ਨੇ ਹੋਰ ਕਿੰਨੀ ਘੈਂਟ ਗੱਲ ਲਿਖੀ ਹੈ, ਦੇਖੋ ਇਹ ਘੈਂਟ ਗੱਲ ਨੂੰ ਸਮਝੋ। ਕੀ ਹੈ, ਆਲ ਲੈਂਗੁਏਜ ਵਿਲ ਬੀ ਟਾਟ ਇਨ ਇਨਜੋਏਬਲ ਐਂਡ ਇੰਟਰੈਕਟਿਵ ਸਟਾਈਲ। ਇੱਕ ਇੰਟਰੈਕਟਿਵ ਸਟਾਈਲ ਅਤੇ ਇੰਜੋਏ ਕਰੇ ਬੱਚਾ, ਤਾਂ ਇਸ ਤਰੀਕੇ ਨਾਲ ਉਸ ਨੂੰ ਸਾਰੀਆਂ ਭਾਸ਼ਾਵਾਂ ਕੀ ਕਰਨੀਆਂ ਨੇ, ਸਿਖਾਉਣੀਆਂ ਨੇ। ਠੀਕ ਹੈ, ਅਤੇ ਇੱਕ ਗੱਲ ਹੋਰ, ਮਤਲਬ ਕਿ ਜਿਹੜੀਆਂ ਉਸ ਦੀਆਂ ਰੀਜਨਲ ਲੈਂਗੁਏਜ ਨੇ ਉਹ ਤਾਂ ਸਿਖਾਉਣੀਆਂ ਨਹੀਂ, ਨਾਲ ਜਿਹੜੀਆਂ ਮਤਲਬ ਕਿ ਫੋਰਨ ਲੈਂਗੁਏਜ ਨੇ ਉਹ ਵੀ ਆਫਰ ਕਰਨ ਦੀ ਗੱਲ ਹੈ, ਉਹ ਵੀ ਆਪਾਂ ਅੱਗੇ ਪੜ੍ਹਾਂਗੇ। ਇੱਥੇ ਇੱਕ ਗੱਲ ਤੁਸੀਂ ਹੋਰ ਦੇਖੋ, ਆਲ ਲੈਂਗੁਏਜ ਮੈਂਸ਼ਨਡ ਇਨ 8th ਸ਼ਡਿਊਲ ਆਫ ਕੌਂਸਟੀਟਿਊਸ਼ਨ ਆਫ ਇੰਡੀਆ, ਮਤਲਬ ਕਿ ਜਿਹੜਾ ਆਪਣਾ ਸੰਵਿਧਾਨ ਹੈ ਉਸ ਦੀ ਜਿਹੜੀ 8ਵੀਂ ਅਨੁਸੂਚੀ ਦੇ ਵਿੱਚ ਭਾਸ਼ਾਵਾਂ ਦਰਜ ਨੇ। ਠੀਕ ਹੈ, ਉਹ ਸਾਰੀਆਂ ਭਾਸ਼ਾਵਾਂ ਦੇ ਉੱਤੇ ਬਲ ਦੇਣ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਅਤੇ ਜਿਹੜਾ ਥਰੀ ਲੈਂਗੁਏਜ ਫਾਰਮੂਲਾ ਇਸ ਦੇ ਰਿਸਪੈਕਟ ਇਹ ਸਭ ਚੀਜ਼ ਹੋਏਗੀ। ਠੀਕ ਹੈ, ਇਸ ਚੀਜ਼ ਨੂੰ ਵੀ ਆਪਾਂ ਅੱਗੇ ਸਮਝਾਂਗੇ। ਦੇਖੋ ਇੱਥੇ ਗੱਲ ਕੀਤੀ ਗਈ ਹੈ ਥਰੀ ਲੈਂਗੁਏਜ ਫਾਰਮੂਲਾ ਦੀ। ਥਰੀ ਲੈਂਗੁਏਜ ਫਾਰਮੂਲਾ ਜਿਹੜਾ ਕਹਿੰਦੇ ਇਸੇ ਤਰ੍ਹਾਂ ਕੰਟੀਨਿਊਅਸ ਰਹੇਗਾ, ਇਸੇ ਤਰ੍ਹਾਂ ਕੰਟੀਨਿਊ ਰਹੇਗਾ, ਹੈ ਨਾ। ਮਤਲਬ ਕਿ ਇਹ ਨਹੀਂ ਹੈਗਾ ਵੀ ਹੁਣ ਕਿਤੇ ਕਹਿ ਦਿਓ ਵੀ ਤੁਸੀਂ ਸਿਰਫ ਇੱਕ ਸਿਖਾਉਣੀ ਹੈ। ਬੱਚੇ ਨੂੰ ਮਾਤ ਭਾਸ਼ਾ ਦੀ ਪਹਿਲ ਦੇਣੀ ਹੈ, ਮਾਤ ਭਾਸ਼ਾ ਤਾਂ ਜ਼ਰੂਰੀ ਤੌਰ 'ਤੇ ਹੈ, ਨਾਲ ਹੋਰ ਭਾਸ਼ਾਵਾਂ ਵੀ ਪ੍ਰੈਫਰੈਂਸ ਉਹਨੂੰ ਦੇਣੀ ਹੈ। ਠੀਕ ਹੈ, ਵੀ ਉਸ ਕੋਲ ਜੋ ਵੀ ਉਹ ਚਾਹੇ ਸਿਲੈਕਟ ਕਰ ਸਕਦਾ ਹੈ। ਠੀਕ ਹੈ, ਤਾਂ ਇਸ ਦੇ ਉੱਤੇ ਕੀ ਹੋਏਗਾ, ਕਹਿੰਦੇ ਕੋਈ ਵੀ ਜਿਹੜੀ ਭਾਸ਼ਾ ਉਹ ਸਟੇਟ ਦੇ ਉੱਤੇ ਬੱਚੇ ਦੇ ਉੱਤੇ ਥੋਪੀ ਨਹੀਂ ਜਾ ਸਕਦੀ। ਇਹ ਨਹੀਂ ਕਿਹਾ ਜਾ ਸਕਦਾ ਵੀ ਜ਼ਰੂਰੀ ਹੈ ਤੁਸੀਂ ਪੜ੍ਹਨੀ ਹੈ। ਤਾਂ ਇਹ ਕਾਹਦੇ ਸਾਰੇ ਹੈ ਜਿਹੜੀਆਂ ਮਤਲਬ ਉਹਨੇ 3 ਭਾਸ਼ਾਵਾਂ ਸਿਲੈਕਟ ਕਰਨੀਆਂ ਨੇ ਬੱਚੇ ਨੇ, ਉਹ ਸਟੇਟ, ਠੀਕ ਹੈ, ਮੰਨ ਕੇ ਚਲੋ ਪੰਜਾਬ ਹੈ ਤਾਂ ਪੰਜਾਬ ਵਾਲਿਆਂ ਨੂੰ ਪੰਜਾਬੀ, ਕੋਈ ਭਾਸ਼ਾ ਥੋਪੀ ਨਹੀਂ ਜਾ ਸਕਦੀ, ਇਹ ਭਾਸ਼ਾ ਤੁਸੀਂ ਪੜ੍ਹਨੀ ਹੈ। ਠੀਕ ਹੈ, ਉਹ ਕੀ ਹੋਏਗੀ, ਬੱਚੇ ਦੀ ਚੁਆਇਸ ਹੈ। ਠੀਕ ਹੈ, ਉਸ ਦੇ ਖੇਤਰ ਹੈ ਜਿਹੜਾ ਉਸ ਦੀ ਚੁਆਇਸ ਹੈ, ਸਟੇਟ ਦੀ ਚੁਆਇਸ ਹੈ ਅਤੇ ਬੱਚੇ ਦੀ ਚੁਆਇਸ ਹੈ। ਇਹ ਸਾਰਿਆਂ ਦੀ ਚੁਆਇਸ ਦੇ ਅਕੋਰਡਿੰਗ ਹੀ ਜਿਹੜੀ ਭਾਸ਼ਾ ਉਹ ਸਿਲੈਕਟ ਕੀਤੀ ਜਾਵੇਗੀ ਵੀ ਇਹ 3 ਭਾਸ਼ਾਵਾਂ ਸਿਖਾਉਣੀਆਂ ਨੇ। ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚੋਂ, ਠੀਕ ਹੈ, ਤਾਂ ਪੰਜਾਬੀ ਸਿਖਾਉਣੀ ਹੈ ਮਾਤ ਭਾਸ਼ਾ ਦੇ ਰੂਪ ਵਿੱਚ, ਹਿੰਦੀ ਸਿਖਾਉਣੀ ਹੈ ਦੂਜੀ ਭਾਸ਼ਾ ਦੇ ਰੂਪ ਵਿੱਚ, ਤੀਜੀ ਭਾਸ਼ਾ ਜ਼ਰੂਰੀ ਨਹੀਂ ਬੱਚੇ 'ਤੇ ਥੋਪਣੀ ਹੈ ਵੀ ਤੀਜੀ ਤੂੰ ਇੰਗਲਿਸ਼ ਪੜ੍ਹ, ਤੀਜੀ ਤੂੰ ਸੰਸਕ੍ਰਿਤ 'ਤੇ ਪੜ੍ਹ, ਥੋਪਣੀ ਨਹੀਂ ਉਹਦੇ 'ਤੇ। ਉਹ ਬੱਚੇ ਦੇ ਸਾਰੇ ਸਟੇਟ ਦੇ ਸਾਰੇ ਰੀਜਨ ਦੇ ਸਾਰੇ ਜਿਹੜੀ ਉਹ ਸਿੱਖਣਾ ਚਾਹਵੇ ਸਿੱਖ ਸਕਦਾ ਹੈ। ਠੀਕ ਹੈ ਜੀ, ਤਾਂ ਇਹੀ ਗੱਲ ਇਸ ਦੇ ਵਿੱਚ ਕੀਤੀ ਗਈ ਹੈ। ਅਤੇ ਇਸ ਤੋਂ ਬਾਅਦ ਆਪਾਂ ਕੁਝ ਹੋਰ ਪੁਆਇੰਟ, ਜਿਵੇਂ ਕਿ ਦੇਖੋ ਜੀ ਇੱਥੇ ਕੁਝ ਫੋਰਨ ਲੈਂਗੁਏਜ, ਠੀਕ ਹੈ, ਇਹ ਕੁਝ ਫੋਰਨ ਲੈਂਗੁਏਜ ਜੋ ਮੈਂ ਹਾਈਲਾਈਟ ਕੀਤੀਆਂ ਹੋਈਆਂ ਨੇ, ਇਹ ਆਫਰ ਕਰਨ ਦੀ ਗੱਲ ਹੈ ਕਿਸ ਲੈਵਲ ਦੇ ਉੱਤੇ, ਸੈਕੰਡਰੀ ਲੈਵਲ ਦੇ ਉੱਤੇ। ਵੀ ਦੇਖੋ 5ਵੀਂ ਤੱਕ ਬੱਚਾ ਮਾਤ ਭਾਸ਼ਾ ਸਿੱਖਿਆ, ਸਭ ਕੁਛ ਬਾਈਲਿੰਗੁਅਲ ਅਪਰੋਚ ਹੋਈ, ਨਾਲ ਹੋਰ ਭਾਸ਼ਾ ਵੀ ਹੋ ਸਕਦੀ ਹੈ। 6ਵੀਂ ਤੋਂ 8ਵੀਂ ਤੱਕ ਹੋ ਸਕੇ ਤਾਂ ਮਾਤ ਭਾਸ਼ਾ ਹੀ ਰੱਖੋ। ਠੀਕ ਹੈ, ਨਹੀਂ ਜੇ ਹੋਰ ਪਾਸੇ ਜਾਣਾ ਚਾਹਵੇ, ਹੋਰ ਭਾਸ਼ਾ ਦੇ ਵਿੱਚ ਬੱਚਾ ਚਾਹੁੰਦਾ ਇੱਛਾ ਹੈ ਤਾਂ ਉਹ ਕਰ ਸਕਦਾ ਹੈ। ਪਰ ਸੈਕੰਡਰੀ ਲੈਵਲ 'ਤੇ ਜਾ ਕੇ ਕਹਿੰਦੇ ਉਸ ਨੂੰ ਫੋਰਨ ਲੈਂਗੁਏਜ, ਮਤਲਬ ਕਿ ਜਿਹੜੀਆਂ ਹੋਰ ਦੇਸ਼ਾਵਾਂ ਦੀ ਭਾਸ਼ਾ ਨੇ ਜੀ, ਕੋਰੀਅਨ, ਜਪਾਨੀਜ਼, ਫਰੈਂਚ, ਹੈ ਨਾ, ਇਹ ਭਾਸ਼ਾਵਾਂ ਦੀ ਵੀ ਆਫਰ ਕੀਤੀ ਜਾਵੇ ਸੈਕੰਡਰੀ ਲੈਵਲ ਦੇ ਉੱਤੇ। ਠੀਕ ਹੈ, ਇਸ ਤੋਂ ਬਿਨਾਂ ਇੱਕ ਹੋਰ ਘੈਂਟ ਗੱਲ ਲਿਖੀ ਗਈ ਹੈ, ਟੀਚਿੰਗ ਆਫ ਲੈਂਗੁਏਜ ਵਿਲ ਆਲਸੋ ਵੀ ਬੇਸਡ ਔਨ ਐਕਸਪੀਰੀਐਂਸ਼ੀਅਲ ਲਰਨਿੰਗ ਪੈਡਾਗੋਜੀ। ਤੁਹਾਨੂੰ ਇੱਥੇ ਤੋਂ ਇਹ ਗੱਲ ਪੁੱਛੀ ਜਾ ਸਕਦੀ ਹੈ ਪੇਪਰ ਦੇ ਵਿੱਚ ਵੀ ਜਿਹੜੀ ਟੀਚਿੰਗ ਆਫ ਲੈਂਗੁਏਜ ਹੈ, ਲੈਂਗੁਏਜ ਦੀ ਜਿਹੜੀ ਟੀਚਿੰਗ ਹੈ ਉਹ ਕਿਸ ਦੇ ਉੱਤੇ ਬੇਸਡ ਹੋਏਗੀ, ਤਾਂ ਇਹ ਐਕਸਪੀਰੀਐਂਸ਼ੀਅਲ ਲਰਨਿੰਗ ਪੈਡਾਗੋਜੀ ਦੇ ਉੱਤੇ ਬੇਸਡ ਹੋਏਗੀ। ਠੀਕ ਹੈ, ਮਤਲਬ ਕਿ ਨਵੇਂ ਇਹਦੇ 'ਚ ਤਜਰਬੇ ਹੋਣਗੇ, ਨਵੀਆਂ ਸਿੱਖਣ ਦੀਆਂ ਵਿਧੀਆਂ ਹੋਣਗੀਆਂ। ਠੀਕ ਹੈ, ਇਸ ਤੋਂ ਬਿਨਾਂ ਲਾਸਟ ਇੱਕ ਗੱਲ ਹੋਰ ਹੈ, ਦੇਖੋ ਇੰਡੀਅਨ ਸਾਈਨ ਲੈਂਗੁਏਜ, ਮਤਲਬ ਕਿ ਕੋਈ ਵੀ ਬੱਚੇ ਹੋ ਸਕਦੇ ਉਹ ਹੀਅਰ ਇੰਪੇਅਰਮੈਂਟ ਨਾਲ ਰਿਲੇਟਡ ਹੋਣ, ਕਿਸੇ ਵੀ ਤਰੀਕੇ ਨਾਲ ਡਿਫਰੈਂਟਲੀ ਏਬਲਡ ਹੋਣ, ਤਾਂ ਜਿਹੜੇ ਕੀ ਕਰਦੇ ਨੇ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਉਹਨਾਂ ਲਈ ਸਾਈਨ ਲੈਂਗੁਏਜ ਹੈ। ਮੰਨ ਚਲੋ ਜਿਹਨੂੰ ਸੁਣਦਾ ਨਹੀਂ ਉਹਨੂੰ ਪੰਜਾਬੀ ਬੋਲੀ ਚਲੋ, ਇੰਗਲਿਸ਼ ਬੋਲੀ ਚਲੋ, ਕੋਈ ਫਾਇਦਾ ਨਹੀਂ। ਠੀਕ ਹੈ, ਤਾਂ ਉਸ ਦੇ ਲਈ ਕੀ ਹੈ, ਸਾਈਨ ਕੰਮ ਕਰਦੇ ਨੇ। ਆਪਾਂ ਕੋਈ ਇਸ਼ਾਰਾ ਕਰਦੇ ਹਾਂ, ਸਾਈਨ ਕਰਦੇ ਹਾਂ, ਹੈ ਨਾ, ਤਾਂ ਆਪਾਂ ਉਸ ਨੂੰ ਇਸ਼ਾਰੇ ਨਾਲ ਸਮਝਾਉਣ ਦੀ ਕੁਝ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਤਰੀਕੇ ਨਾਲ ਇੰਡੀਅਨ ਸਾਈਨ ਲੈਂਗੁਏਜ ਹੈ ਜਿਹੜੀ, ਇਸ ਨੂੰ ਸਟੈਂਡਰਡਾਈਜ਼ਡ ਕੀਤਾ ਜਾਵੇਗਾ, ਇਸ ਦਾ ਮਿਆਰੀਕਰਨ ਕੀਤਾ ਜਾਵੇਗਾ। ਠੀਕ ਹੈ, ਇਸ ਚੀਜ਼ ਦੀ ਵੀ ਗੱਲ ਕੀਤੀ ਗਈ ਹੈ ਪੂਰੇ ਦੇਸ਼ ਦੇ ਵਿੱਚ
ਇਸ ਨੂੰ ਇੱਕ ਵਧੀਆ ਮਿਆਰ ਦਿੱਤਾ ਜਾਵੇਗਾ। ਤੇ ਇਸ ਤੋਂ ਬਿਨਾਂ ਦੇਖੋ ਇਹ ਚੀਜ਼ ਵੀ ਲਿਖੀ ਗਈ ਹੈ, ਨੈਸ਼ਨਲ ਐਂਡ ਸਟੇਟ ਕਰਿਕੂਲਮ ਮਟੀਰੀਅਲ ਡਿਵੈਲਪਡ ਫਾਰ ਯੂਜ਼ ਬਾਈ ਸਟੂਡੈਂਟਸ ਵਿਦ ਹੀਅਰਿੰਗ ਇੰਪੇਅਰਮੈਂਟ। ਹੋ ਸਕਦਾ ਵੀ ਕਿਸੇ ਨੂੰ ਸੁਣਨ ਦੇ ਵਿੱਚ ਸਮੱਸਿਆ ਸੀ, ਉਸ ਨੂੰ ਹੁਣ ਤੁਸੀਂ ਉਹੀ ਫੋਰਨ ਲੈਂਗੁਏਜ ਸੁਣਾ ਕੇ ਕੀ ਕਰੋਗੇ ਜਦੋਂ ਉਹਨੂੰ ਸੁਣਦੇ ਹੀ ਨਹੀਂ, ਤਾਂ ਉਹਦੇ ਲਈ ਆਪਾਂ ਕੀ ਕਰਾਂਗੇ, ਜਿਹੜੀ ਸਾਈਨ ਲੈਂਗੁਏਜ ਹੈ ਉਸ ਨੂੰ ਮਤਲਬ ਬੱਚੇ ਨੂੰ ਉਹ ਚੀਜ਼ ਆਫਰ ਕਰਾਂਗੇ, ਹੈ ਨਾ ਵੀ ਜਾਂ ਉਸ ਦੇ ਆਲੇ ਦੁਆਲੇ ਇਸ ਤਰ੍ਹਾਂ ਮਾਹੌਲ ਬਣਾਵਾਂਗੇ ਵੀ ਉਹ ਸਾਈਨ ਲੈਂਗੁਏਜ ਨੂੰ ਵਧੀਆ ਸਮਝ ਲਏ, ਹੈ ਨਾ ਵੀ ਉਸ ਦੇ ਆਲੇ ਦੁਆਲੇ ਵਾਲੇ ਵੀ ਉਹ ਲੈਂਗੁਏਜ ਨੂੰ ਯੂਜ਼ ਕਰਨ, ਠੀਕ ਹੈ, ਉਸ ਨੂੰ ਸਮਝਾਉਣ ਦੇ ਲਈ। ਜਿਹੜੀਆਂ ਲੋਕਲ ਲੈਂਗੁਏਜ ਨੇ ਇਹਨਾਂ ਦੀ ਵੀ ਰਿਸਪੈਕਟ ਹੋਏਗੀ, ਇਹਨਾਂ ਦੀ ਰਿਸਪੈਕਟਡ ਹੀ ਆਪਾਂ ਬਾਕੀ ਲੈਂਗੁਏਜ ਨੂੰ ਆਫਰ ਕਰਾਂਗੇ, ਠੀਕ ਹੈ ਜੀ। ਇਹ ਕੁਝ ਗੱਲਾਂ ਸੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨਾਲ ਸੰਬੰਧਿਤ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਕਿ ਪ੍ਰਸ਼ਨ ਉੱਤਰ ਨੇ, ਕੁਝ ਕੁਐਸਚਨ ਜੋ ਪਹਿਲਾਂ ਪੇਪਰਾਂ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਠੀਕ ਹੈ। ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ, ਤਾਂ ਇਸ ਦੇ ਵਿੱਚ ਗਲਤ ਦੀ ਗੱਲ ਹੈ, ਠੀਕ ਹੈ ਜੀ। ਭਾਰਤ ਭਾਸ਼ਾਈ ਤੌਰ 'ਤੇ ਵਿਭਿੰਨਤਾ ਵਾਲਾ ਦੇਸ਼ ਹੈ, ਗੱਲ ਬਿਲਕੁਲ ਸਹੀ ਹੈ। ਬਹੁਭਾਸ਼ਾਵਾਦ ਇੱਕ ਪਾਬੰਦੀ ਹੈ, ਮਤਲਬ ਕਿ ਇੱਥੇ ਬਹੁਭਾਸ਼ਾਵਾਦ ਦੇ ਉੱਤੇ ਪਾਬੰਦੀ ਹੈ, ਇਹਨੂੰ ਸ਼ਰਾਪ ਦੇ ਰੂਪ ਵਿੱਚ ਦੇਖਿਆ ਜਾ ਰਿਹਾ, ਇਹਨੂੰ ਰੁਕਾਵਟ ਦੇ ਰੂਪ ਵਿੱਚ ਦੇਖਿਆ ਜਾ ਰਿਹਾ, ਤਾਂ ਇਹ ਕਥਨ ਕੀ ਹੋ ਗਿਆ, ਗਲਤ ਹੋ ਗਿਆ। ਅਤੇ ਆਪਾਂ ਨੇ ਗਲਤ ਕਥਨ ਹੀ ਲੱਭਣਾ ਸੀ, ਇਸ ਕਰਕੇ ਇਹੀ ਸਾਡਾ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਅਗਲਾ ਪੁਆਇੰਟ ਸਮਝਦੇ ਹਾਂ, ਮਨੁੱਖੀ ਭਾਸ਼ਾ ਗਤੀਸ਼ੀਲ ਹੈ, ਬਿਲਕੁਲ ਗਤੀਸ਼ੀਲ ਹੈ ਜੀ, ਇਸ ਦੇ ਵਿੱਚ ਬਦਲਾਅ ਆਉਂਦੇ ਨੇ, ਠੀਕ ਹੈ। ਅਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਤਿੰਨ ਭਾਸ਼ਾਈ ਫਾਰਮੂਲੇ ਦਾ ਸਮਰਥਨ ਕਰਦਾ ਹੈ, ਬਿਲਕੁਲ ਇਹ ਗੱਲ ਸਹੀ ਹੈ, ਇਹ ਪਾਲਿਸੀ ਇਸ ਦਾ ਸਮਰਥਨ ਕਰਦੀ ਹੈ, ਠੀਕ ਹੈ। ਇਸ ਤਰੀਕੇ ਨਾਲ ਇਹ ਕੁਐਸਚਨ ਦਾ ਜੋ ਰਾਈਟ ਆਨਸਰ ਆਪਸ਼ਨ B ਹੋ ਜਾਵੇਗਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਭਾਸ਼ਾ ਬਾਰੇ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਗਲਤ ਹੈ, ਤਾਂ ਦੱਸੋ ਜੀ। ਜਿਹੜੀ ਭਾਸ਼ਾ ਹੈ, ਨੰਬਰ 1 ਪਹਿਲੀ ਆਪਸ਼ਨ ਆਪਾਂ ਪੜ੍ਹਦੇ ਹਾਂ, ਇੱਦਾਂ ਪੜ੍ਹਿਆ ਕਰੋ ਆਪਸ਼ਨ ਨੂੰ। ਪਹਿਲੀ ਆਪਸ਼ਨ ਕੀ ਹੈ, ਭਾਸ਼ਾ ਪ੍ਰਤੀਕਾਂ ਦੀ ਇੱਕ ਪ੍ਰਣਾਲੀ ਹੈ, ਗੱਲ ਤਾਂ ਬਿਲਕੁਲ ਸਹੀ ਹੈ, ਮਤਲਬ ਕਿ ਪ੍ਰਤੀਕ ਨੇ। ਫੋਰ ਐਗਜ਼ਾਮਪਲ ਮੈਂ ਗੱਲ ਕਰਦਾ ਕਿ ਇੱਕ ਸ਼ਬਦ ਲਿਖਦੇ ਆਪਾਂ ਕੈਟ, ਹੁਣ ਕੈਟ ਸ਼ਬਦ ਲਿਖਿਆ ਮੈਂ, ਹੁਣ ਇਹ CAT ਇਹ ਕੀ ਨੇ, ਚਿੰਨ੍ਹ ਤਾਂ ਹੈਗੇ ਨੇ, ਚਿੰਨ੍ਹ ਹੀ ਨੇ ਨਾ ਇਹ, ਇੱਦਾਂ ਹੁਣ ਅਨਪੜ੍ਹ ਹੈ ਤੁਹਾਨੂੰ ਪਤਾ ਹੈ ਵੀ ਇਹ ਕੈਟ ਲਿਖਿਆ ਹੋਇਆ ਹੈ, ਕਿਸੇ ਅਨਪੜ੍ਹ ਨੂੰ ਦਿਖਾਇਓ ਉਹਦੇ ਭਾਵੇਂ ਤਾਂ ਮੈਂ ਉਹੀ ਇਹ ਚਿੰਨ੍ਹ ਜੇ ਲਾਏ ਨੇ ਕੋਈ, ਹੈ ਨਾ, ਕਿਉਂਕਿ ਉਹਨੂੰ ਪਤਾ ਨਹੀਂ, ਇਹਦਾ ਮੀਨਿੰਗ ਨਹੀਂ ਪਤਾ, ਠੀਕ ਹੈ। ਜੋ ਆਪਾਂ ਨੇ ਮੀਨਿੰਗ ਬਣਾਇਆ ਸਾਰਿਆਂ ਨੇ ਉਹ ਨਹੀਂ ਪਤਾ, ਪਰ ਇਹ ਲੌਜੀਕਲ ਹੀ ਨਹੀਂ ਹੈਗੇ, ਤਾਂ ਇਹ ਆਪਸ਼ਨ ਇਸ ਦੇ ਵਿੱਚ ਗਲਤ ਹੋ ਜਾਏਗੀ। ਭਾਸ਼ਾ ਦੇ ਜਿਹੜੇ ਚਿੰਨ੍ਹ ਨੇ ਇਹ ਤਰਕਪੂਰਨ ਨੇ। ਹੁਣ ਇਹ ਇੱਦਾਂ ਟੀ ਪਾਈ ਹੈ, ਇਹ ਟੀ ਦਾ ਕੀ ਮੀਨਿੰਗ ਹੈ, ਕੁਛ ਵੀ ਨਹੀਂ, ਜਸਟ ਇਹ ਇੱਕ ਸਿੰਬਲ ਹੈ, ਠੀਕ ਹੈ। ਤਾਂ ਇਸ ਦਾ ਮੀਨਿੰਗ ਕੋਈ ਨਹੀਂ ਹੈਗਾ, ਤਰਕਪੂਰਨ ਨਹੀਂ ਹੈਗੇ ਇਹ, ਠੀਕ ਹੈ। ਤਾਂ ਇਸ ਕਰਕੇ ਇਹੀ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਭਾਸ਼ਾ ਦੇ ਚਿੰਨ੍ਹ ਤਰਕਪੂਰਨ ਹਨ, ਇਹ ਕਥਨ ਗਲਤ ਹੈ। ਇਸ ਤੋਂ ਬਿਨਾਂ ਪਰਿਵਰਤਨਸ਼ੀਲ ਹੈਗੀ ਹੈ, ਪ੍ਰਣਾਲੀ ਵੀ ਹੈਗੀ, ਇੱਕ ਪੂਰੇ ਪ੍ਰਤੀਕਾਂ ਦੀ ਪ੍ਰਣਾਲੀ ਬਣੀ ਹੋਈ ਹੈ, ਇਸ ਨੂੰ ਗ੍ਰਹਿਣ ਜਾਂ ਹਾਸਲ ਕੀਤਾ ਜਾਂਦਾ ਹੈ, ਇਹ ਆਪਾਂ ਅੱਗੇ ਸਮਝਾਂਗੇ ਵੀ ਜਿਹੜੀ ਭਾਸ਼ਾ ਉਸ ਨੂੰ ਗ੍ਰਹਿਣ ਕੀਤਾ ਜਾਂਦਾ ਹੈ, ਠੀਕ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਰਾਸ਼ਟਰੀ ਪਾਠਕ੍ਰਮ ਰੂਪਰੇਖਾ 2005 ਯਾਨੀ ਕਿ NCF 2005 ਹੈ ਜਿਹੜਾ, ਉਹ ਭਾਸ਼ਾ ਨੂੰ ਸਭ ਤੋਂ ਵਧੀਆ ਸੰਸਾਧਨ ਮੰਨਦਾ ਹੈ, ਕਿਸ ਦੇ ਵਿਕਾਸ ਦਾ, ਠੀਕ ਹੈ। ਇਹ ਆਪਾਂ ਦੱਸਣਾ, ਵਿਅਕਤੀਤਵ, ਕਾਰੋਬਾਰ, ਭਾਸ਼ਾ, ਅਸ਼ਮਿਤਾ। ਤਾਂ ਇਸ ਦੇ ਵਿੱਚ ਜੋ ਰਾਈਟ ਆਨਸਰ ਹੋਏਗਾ ਸਾਡਾ ਇਹ ਹੋ ਜਾਵੇਗਾ ਆਪਸ਼ਨ ਫਸਟ, ਵਿਅਕਤੀਤਵ ਦੇ ਵਿਕਾਸ ਦਾ ਸਭ ਤੋਂ ਵਧੀਆ ਸੰਸਾਧਨ NCF 2005 ਨੇ ਭਾਸ਼ਾ ਨੂੰ ਮੰਨਿਆ, ਇਹ ਕਥਨ ਇਸ ਤਰੀਕੇ ਨਾਲ ਕੰਪਲੀਟ ਹੋ ਜਾਵੇਗਾ, ਠੀਕ ਹੈ ਜੀ। ਆਪਸ਼ਨ A ਸਾਡਾ ਇਸ ਦੇ ਵਿੱਚ ਰਾਈਟ ਆਨਸਰ ਹੋਣਾ ਸੀ। ਇਸ ਤੋਂ ਬਾਅਦ ਹੈ ਜੀ ਨੈਕਸਟ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਭਾਸ਼ਾ ਸਿੱਖਿਆ ਦਾ ਉਦੇਸ਼ ਨਹੀਂ ਹੈ, ਉਦੇਸ਼ ਕਿਹੜਾ ਨਹੀਂ ਹੈਗਾ, ਰਚਨਾਤਮਕ ਰੁਚੀਆਂ ਪ੍ਰਫੁੱਲਿਤ ਕਰਨਾ, ਇਹ ਤਾਂ ਉਦੇਸ਼ ਹੈਗੇ, ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਹੈ ਨਾ, ਵੀ ਜਿਹੜੀਆਂ ਬੱਚੇ ਦੇ ਅੰਦਰ ਕੋਈ ਵੀ ਕ੍ਰੀਏਟੀਵਿਟੀ ਹੈ ਉਸ ਨੂੰ ਬਾਹਰ ਲੈ ਕੇ ਆਉਣਾ, ਪ੍ਰਫੁੱਲਿਤ ਕਰਨਾ, ਇਹ ਤਾਂ ਉਦੇਸ਼ ਹੈਗੇ ਹੈ। ਸਵੈ ਪ੍ਰਗਟਾਵਾ ਵੀ ਭਾਸ਼ਾ ਸਿੱਖਿਆ ਦਾ ਉਦੇਸ਼ ਹੈਗੇ ਹੈ, ਠੀਕ ਹੈ ਜੀ। ਵਿਆਕਰਨ ਦੇ ਨਿਯਮ ਯਾਦ ਕਰਨਾ, ਲਓ ਇਹ ਨੈਗੇਟਿਵ ਪੁਆਇੰਟ ਹੋ ਜਾਂਦਾ ਹੈ। ਹੁਣ ਆਪਾਂ ਬੱਚੇ ਨੂੰ ਭਾਸ਼ਾ ਕਿਉਂ ਸਿਖਾਉਂਦੇ, ਤਾਂ ਕਿ ਉਹ ਨਿਯਮ ਨੂੰ ਰੱਟ ਲੇ, ਰੱਟਾ ਲਗਾ ਕੇ ਕੀ ਕਰਨਾ ਹੈ, ਆਪਾਂ ਤਾਂ ਉਸ 'ਤੇ ਸਵੈ ਦਾ ਪ੍ਰਗਟਾਵਾ ਕਰਨਾ, ਉਸ ਦੀਆਂ ਰੁਚੀਆਂ ਨੂੰ ਬਾਹਰ ਕੱਢਣਾ, ਉਸ 'ਤੇ ਗਿਆਨ ਦਾ ਵਾਧਾ ਕਰਨਾ, ਤਾਂ ਨਿਯਮਾਂ ਨੂੰ ਰੱਟਾ ਨਹੀਂ ਲਗਾਉਣਾ, ਰੱਟਾ ਲਗਾਉਣ ਵਾਲੀ ਤਾਂ ਨੈਗੇਟਿਵ ਆਪਸ਼ਨ ਹੈ, ਇਹ ਭਾਸ਼ਾ ਸਿੱਖਿਆ ਦਾ ਉਦੇਸ਼ ਨਹੀਂ ਹੈਗਾ। ਆਪਸ਼ਨ C ਸਾਡਾ ਇਸ ਦੇ ਵਿੱਚ ਦੋਸਤੋ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਅੱਗੇ ਇੱਕ ਘੈਂਟ ਕੁਐਸਚਨ ਹੋਰ ਆ ਗਿਆ, ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਭਾਰਤੀ ਸੈਨਿਤ ਭਾਸ਼ਾ ਯਾਨੀ ਕਿ ਇੰਡੀਅਨ ਸਾਈਨ ਲੈਂਗੁਏਜ, ਜਿਹੜਾ ਆਪਾਂ ਹੁਣੇ ਡਿਸਕਸ ਕੀਤਾ ਸੀ ਨਾ, ਦਾ ਡੈਸ਼ ਕਰਨ ਦੀ ਹਮਾਇਤ ਕਰਦੀ ਹੈ। ਜਿਹੜੀ ਮਤਲਬ NEP 2020 ਹੈ ਕਿ ਇਹ ਸਾਈਨ ਲੈਂਗੁਏਜ ਹੈ, ਜਿਹੜੀ ਇੰਡੀਅਨ ਸਾਈਨ ਲੈਂਗੁਏਜ, ਇਸ ਨੂੰ ਖਤਮ ਕਰਨ ਦੀ ਗੱਲ ਕਰਦੀ ਹੈ, ਨਾ ਨਾ ਨਾ, ਇਹ ਆਪਸ਼ਨ ਕੀ ਹੋ ਗਈ, ਗਲਤ। ਪ੍ਰਭਾਵ ਘਟਾਉਣ ਦੀ, ਵੀ ਜਿਹੜੀ ਇਹ ਸਾਈਨ ਲੈਂਗੁਏਜ ਇਹਦਾ ਪ੍ਰਭਾਵ ਘੱਟ ਕਰਦੀ ਹੈ, ਇਹਦੀ ਗੱਲ ਕਰਦੀ ਹੈ, ਨਾ, ਇਹ ਆਪਸ਼ਨ ਵੀ ਘੱਟ ਗਈ। ਪੱਧਰ ਬਰਾਬਰ ਰੱਖਣ ਦੀ, ਵੀ ਜਿਵੇਂ ਹੈਗੀਆਂ ਨੇ ਇਹ ਭਾਸ਼ਾਵਾਂ ਚੱਲੀ ਜਾਣ ਦੋ, ਉਹਦੀ ਵੀ ਨਹੀਂ ਗੱਲ ਕਰਦੀ। ਤਾਂ ਇਹ ਕਿਸ ਚੀਜ਼ ਦੀ ਗੱਲ ਕਰਦੀ ਹੈ, ਮਿਆਰੀ ਕਰਨ ਦੀ ਗੱਲ ਕਰਦੀ ਹੈ, ਉਸ ਨੂੰ ਸਟੈਂਡਰਡਾਈਜ਼ਡ ਕਰਨ ਦੀ ਗੱਲ ਕਰਦੀ ਹੈ। ਤਾਂ ਇਸ ਤਰੀਕੇ ਨਾਲ ਇਸ ਦੇ ਵਿੱਚ ਆਪਸ਼ਨ D ਸਾਡਾ ਦੋਸਤੋ ਰਾਈਟ ਆਨਸਰ ਹੋ ਜਾਵੇਗਾ। ਤਾਂ ਇਹ ਸਭ ਚੀਜ਼ਾਂ ਨੂੰ ਆਪਾਂ ਨੇ ਸਮਝ ਲਈਏ। ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਇੱਕ ਗੱਲ ਦੋਸਤੋ ਹੋਰ,
ਇੱਕ ਕੰਮ ਤੁਸੀਂ ਨੇ ਵੀ ਕਰਨਾ ਹੈ, ਮੈਂ ਤੁਹਾਡੇ ਲਈ ਇਹ ਕੰਮ ਕਰਾਂਗਾ ਵੀ ਤੁਹਾਡੀ ਤਿਆਰੀ ਹੈ ਜਿਹੜੀ ਉਹ ਇੱਥੇ ਕਰਵਾਵਾਂਗਾ, ਠੀਕ ਹੈ। ਪਰ ਇੱਕ ਕੰਮ ਤੁਸੀਂ ਨੇ ਵੀ ਕਰਨਾ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਤੁਸੀਂ ਕੀ ਕੋਸ਼ਿਸ਼ ਕਰਨੀ ਹੈ ਤੇ ਵੀ ਤੁਸੀਂ ਵੀਡੀਓ ਦੇਖ ਲਈ, ਨਾਲ ਤੁਸੀਂ ਨੇ 3 ਜਣਿਆਂ ਨੂੰ ਘੱਟੋ ਘੱਟ, ਨਾਲ ਤੁਸੀਂ ਨੇ 3 ਜਣਿਆਂ ਨੂੰ ਹੋਰ ਵੀਡੀਓ ਦਿਖਾਉਣੀ ਹੈ ਤੇ ਉਹਨਾਂ 3 ਨੂੰ ਇਹ ਵੀ ਕਹਿਣਾ ਹੈ ਵੀ ਤੁਸੀਂ ਅੱਗੇ ਹੋਰ 3 ਨੂੰ ਦਿਖਾਓ। ਬਸ ਇਹ ਮੇਰੀ ਗੁਰਦਕਸ਼ਨ ਹੈ, ਸਮਝ ਲਿਓ, ਠੀਕ ਹੈ। ਤਾਂ ਇਸ ਤਰੀਕੇ ਨਾਲ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਠੀਕ ਹੈ। ਤਾਂ ਮੇਨ ਵਧੀਆ ਘੈਂਟ ਲੱਗਦਾ ਜਦੋਂ ਕੋਈ ਵੀ ਚੀਜ਼ ਨੂੰ ਆਪਣੀ ਨੂੰ ਵੱਧ ਤੋਂ ਵੱਧ ਆਪਾਂ ਕਹਿ ਸਕਦੇ ਹਾਂ ਵੀ ਆਪਣਾ ਪਰਪਸ ਕੀ ਹੁੰਦਾ ਹੈ ਵੀ ਕਿਸੇ ਨੂੰ ਦਾ ਪੇਪਰ ਪਾਸ ਕਰਾਉਣਾ ਪਰਪਸ ਹੈ। ਹੁਣ ਜਿੰਨੇ ਵੱਧ ਵੀਡੀਓ ਨੂੰ ਦੇਖਣਗੇ ਉਨਿਆਂ ਦਾ ਵਧੀਆ ਪੇਪਰ ਪਾਸ ਹੋਏਗਾ, ਮੈਨੂੰ ਵੀ ਵਧੀਆ ਫੀਲ ਹੁੰਦਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਦੋਸਤੋ ਅੱਜ ਦੀ ਕਲਾਸ ਆਪਣੀ ਸਮਾਪਤ ਹੁੰਦੀ ਹੈ। ਥੈਂਕ ਯੂ ਸੋ ਮੱਚ।